सत श्री अकाल। ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਭਾਸ਼ਾ ਉੱਤੇ ਦੂਜੀਆਂ ਭਾਸ਼ਾਵਾਂ ਦੇ ਪ੍ਰਭਾਵ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਕਿ ਪੰਜਾਬੀ ਭਾਸ਼ਾ ਨੇ ਦੂਸਰੀਆਂ ਭਾਸ਼ਾਵਾਂ ਦਾ ਪ੍ਰਭਾਵ ਮੁੱਢਲੇ ਕਾਲ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਕਿੰਨਾ ਕੁ ਗ੍ਰਹਿਣ ਕੀਤਾ, ਕਿਵੇਂ ਗ੍ਰਹਿਣ ਕੀਤਾ ਜਾਂ ਕਿਸ ਕਿਸ ਰੂਪ ਦੇ ਵਿੱਚ ਗ੍ਰਹਿਣ ਕੀਤਾ, ਇਸ ਬਾਰੇ ਚਰਚਾ ਕਰਨ ਦੇ ਲਈ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਭੂਮਿਕਾ ਰੂਪ ਦੇ ਵਿੱਚ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਜੋ ਹੈ ਸਮਾਜ ਵਿੱਚ ਰਹਿਣ ਵਾਲਾ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਜਦੋਂ ਦੂਜੇ ਲੋਕਾਂ ਦੇ ਸੰਪਰਕ ਵਿੱਚ ਆਉਂਦਾ ਹੈ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਾ ਹੈ, ਉਹਨਾਂ ਦੇ ਕੋਲੋਂ ਬਹੁਤ ਕੁਝ ਗ੍ਰਹਿਣ ਕਰਦਾ ਹੈ। ਅਤੇ ਜਦੋਂ ਵੀ ਕੋਈ ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਹਨਾਂ ਦੀ ਸ਼ਬਦਾਵਲੀ ਜੋ ਹੈ ਉਹ ਹੌਲੀ ਹੌਲੀ ਉਹਨਾਂ ਦੀ ਭਾਸ਼ਾ ਜਾਂ ਬੋਲੀ ਦੇ ਸ਼ਬਦ ਭੰਡਾਰ ਨੂੰ ਵਿਕਸਿਤ ਕਰਨ ਦੇ ਵਿੱਚ ਸਹਾਈ ਸਿੱਧ ਹੁੰਦੀ ਹੈ, ਜਿਸ ਦੇ ਨਾਲ ਦੋਹਾਂ ਧਿਰਾਂ ਦੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਸਮਰਿੱਧ ਹੁੰਦੀਆਂ ਹਨ, ਅਮੀਰ ਹੁੰਦੀਆਂ ਹਨ। ਪੰਜਾਬ ਕਿਉਂਕਿ ਮੁੱਢ ਤੋਂ ਹੀ ਵੱਖੋ ਵੱਖ ਧਰਮਾਂ, ਜਾਤੀਆਂ ਅਤੇ ਸੰਸਕ੍ਰਿਤੀਆਂ ਦੇ ਨਾਲ ਸੰਬੰਧਿਤ ਹਮਲਾਵਰਾਂ ਦੇ ਆਗਮਨ ਦਾ ਸਾਹਮਣਾ ਕਰਦਾ ਰਿਹਾ ਹੈ। ਭਾਵ ਹਿੰਦੁਸਤਾਨ ਜੋ ਹੈ ਭਾਰਤ ਦਾ ਪ੍ਰਵੇਸ਼ ਦੁਆਰ ਪੰਜਾਬ ਹੋਣ ਸਦਕਾ ਜਦੋਂ ਵੀ ਵਿਦੇਸ਼ੀ ਹਮਲਾਵਰਾਂ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਹਮਲਾ ਕੀਤਾ ਅਤੇ ਸਭ ਤੋਂ ਪਹਿਲਾਂ ਵਾਹ ਉਹਨਾਂ ਦਾ ਪੰਜਾਬੀਆਂ ਦੇ ਨਾਲ, ਪੰਜਾਬ ਦੀ ਧਰਤੀ ਦੇ ਨਾਲ ਪੈਂਦਾ ਹੈ। ਸੋ ਦੋਹੇ ਧਿਰਾਂ ਇੱਕ ਦੂਜੇ ਦੇ ਸਾਹਿਤ ਤੋਂ, ਸੱਭਿਆਚਾਰ ਤੋਂ, ਇੱਕ ਦੂਜੇ ਦੀ ਭਾਸ਼ਾ ਅਤੇ ਵਿਰਸੇ ਦੇ ਨਾਲ, ਸੰਸਕ੍ਰਿਤੀ ਦੇ ਨਾਲ ਜਦੋਂ ਉਹਨਾਂ ਦਾ ਸਮਾਵੇਸ਼ ਹੁੰਦਾ ਹੈ, ਭਾਵ ਇੱਕ ਦੂਜੇ ਦੇ ਨਾਲ ਸੰਪਰਕ ਹੁੰਦਾ ਹੈ, ਸਿੱਧਾ ਟੱਕਰ ਹੁੰਦੀ ਹੈ ਅਤੇ ਦੋਵੇਂ ਧਿਰਾਂ ਜਿਹੜੀਆਂ ਨੇ ਇੱਕ ਦੂਜੇ ਤੋਂ ਬਹੁਤ ਕੁਝ ਗ੍ਰਹਿਣ ਕਰਦੀਆਂ ਵੀ ਹਨ ਅਤੇ ਇੱਕ ਦੂਜੇ ਨੂੰ ਬਹੁਤ ਕੁਝ ਦਿੰਦੀਆਂ ਵੀ ਹਨ। ਸੋ ਉਹਨਾਂ ਦੀਆਂ ਭਾਸ਼ਾਵਾਂ, ਭਾਵ ਵਿਦੇਸ਼ੀ ਹਮਲਾਵਰਾਂ ਦੇ ਆਗਮਨ ਦੇ ਨਾਲ ਉਹਨਾਂ ਦੀਆਂ ਭਾਸ਼ਾਵਾਂ ਨੇ ਪੰਜਾਬੀ ਭਾਸ਼ਾ ਨੂੰ ਆਪਣੇ ਸਮਿਆਂ ਵਿੱਚ ਵੱਖੋ ਵੱਖ ਢੰਗ ਦੇ ਨਾਲ ਪ੍ਰਭਾਵਿਤ ਕੀਤਾ, ਜਿਸ ਸਦਕਾ ਪੰਜਾਬੀ ਭਾਸ਼ਾ ਬੇਹੱਦ ਅਮੀਰ ਹੁੰਦੀ ਗਈ। ਭਾਵ ਇਸ ਦੀ ਸ਼ਬਦਾਵਲੀ ਜਿਹੜੀ ਹੈ ਉਹ ਵਿਕਸਿਤ ਹੁੰਦੀ ਗਈ। ਇਸ ਤੋਂ ਅੱਗੇ ਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦੇ ਉੱਤੇ ਜੋ ਪ੍ਰਭਾਵ ਪਏ ਹਨ, ਸਭ ਤੋਂ ਪਹਿਲਾ ਪ੍ਰਭਾਵ ਹੈ ਉਹ ਪਸ਼ਤੋ ਦਾ ਪ੍ਰਭਾਵ ਹੈ। ਕਿਸ ਭਾਸ਼ਾ ਦਾ ਪ੍ਰਭਾਵ ਹੈ? ਪਸ਼ਤੋ ਦਾ। ਪਸ਼ਤੋ ਨੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਪਸ਼ਤੋ ਕਿਉਂਕਿ ਕਿੱਥੇ ਬੋਲੀ ਜਾਂਦੀ ਹੈ? ਪਸ਼ਤੋ ਅਫਗਾਨਿਸਤਾਨ ਜਾਂ ਬਲੋਚਿਸਤਾਨ, ਕੰਧਾਰ ਦਾ ਜੋ ਇਲਾਕਾ ਹੈ, ਜੋ ਕਿ ਪੱਛਮੀ ਪਾਕਿਸਤਾਨ ਜੋ ਹੈ, ਜੋ ਭਾਵ ਪਾਕਿਸਤਾਨ ਦਾ ਜੋ ਪੱਛਮੀ ਇਲਾਕਾ ਹੈ ਉਸ ਦੇ ਨਾਲ ਦੀ ਸਰਹੱਦ ਵਾਲਾ ਇਲਾਕਾ ਕਿਹੜਾ ਹੈ? ਅਫਗਾਨਿਸਤਾਨ, ਬਲੋਚਿਸਤਾਨ, ਕਾਬੁਲ, ਕੰਧਾਰ ਆਦਿ, ਅਤੇ ਜਿੱਥੇ ਪਠਾਨ ਕੌਮ ਦੇ ਵਸਨੀਕ ਵਸਦੇ ਹਨ ਅਤੇ ਜਿਹੜੇ ਘੋੜਿਆਂ ਦੇ ਬੇਹੱਦ ਸ਼ੌਂਕੀ ਵਪਾਰੀ ਹਨ। ਅਤੇ ਬਹਿਲੋਲ ਲੋਧੀ ਦੇ ਸਮੇਂ ਜਦੋਂ 1452 ਈਸਵੀ ਦੇ ਵਿੱਚ ਬਹਿਲੋਲ ਲੋਧੀ ਦਾ ਹਿੰਦੁਸਤਾਨ ਦੇ ਉੱਤੇ ਰਾਜ ਕਾਇਮ ਹੋਇਆ ਅਤੇ ਉਸ ਸਮੇਂ ਜੋ ਹੈ ਅਫਗਾਨਿਸਤਾਨ ਤੋਂ ਘੋੜਿਆਂ ਦੇ ਵਪਾਰ ਕਰਨ ਵਾਸਤੇ ਵਪਾਰੀ ਜਦੋਂ ਹਿੰਦੁਸਤਾਨ ਦੇ ਵਿੱਚ ਪ੍ਰਵੇਸ਼ ਕੀਤੇ, ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ, ਅਤੇ ਉਹਨਾਂ ਦੀ ਸ਼ਬਦਾਵਲੀ ਨੇ ਪੰਜਾਬ ਵਾਸੀਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਭਾਵ ਉਹ ਸ਼ਬਦਾਵਲੀ ਜਿਹੜੀ ਹੈ ਪੰਜਾਬੀ ਦੇ ਪ੍ਰਭਾਵ ਵਿੱਚ ਆ ਕੇ ਪੰਜਾਬੀ ਦੀ ਸ਼ਬਦਾਵਲੀ ਨੂੰ ਜੋ ਹੈ ਪ੍ਰਭਾਵਿਤ ਕਰਦੀ ਹੈ, ਪੰਜਾਬ ਦੇ ਪ੍ਰਭਾਵਿਤ ਵਿੱਚ ਆ ਕੇ ਪੰਜਾਬ ਦੇ ਵਿੱਚ ਆਗਮਨ ਹੋਣ ਸਦਕਾ। ਸੋ ਉਸ ਵੇਲੇ ਦੀ ਜਿਹੜੀ ਸ਼ਬਦਾਵਲੀ ਹੈ ਉਹ ਕਿਹੜੀ ਹੈ? ਪੌੜੀ, ਕਾਣਾ, ਗੁਆਂਢੀ, ਜਿਹੜੇ ਕਿ ਸਾਡੇ ਆਮ ਪੰਜਾਬੀ ਬੋਲਚਾਲ ਦੇ ਵਿੱਚ ਵਰਤੋਂ ਜਾਣ ਵਾਲੇ ਸ਼ਬਦ ਹਨ। ਇਹ ਜਿਹੜੇ ਸ਼ਬਦ ਹਨ ਇਹ ਮੂਲ ਪੰਜਾਬੀ ਦੇ ਸ਼ਬਦ ਨਹੀਂ ਹਨ, ਬਲਕਿ ਪੰਜਾਬੀ ਦੇ ਵਿੱਚ ਪਸ਼ਤੋ ਭਾਸ਼ਾ ਦੇ ਪ੍ਰਭਾਵ ਅਧੀਨ ਪ੍ਰਵੇਸ਼ ਕੀਤੇ ਹਨ। ਇਸ ਤੋਂ ਅੱਗੇ ਆ ਜਾਂਦਾ ਹੈ ਤੁਰਕੀ ਭਾਸ਼ਾ ਦਾ ਪ੍ਰਭਾਵ। ਤੁਰਕੀ ਜੋ ਹੈ ਮੁਹੰਮਦ ਗੌਰੀ, ਮੁਹੰਮਦ ਤੁਗਲਕ, ਮੁਹੰਮਦ ਗਜ਼ਨੀ ਜਾਂ ਇਲਤੁਮਸ਼ ਦੇ ਸਮੇਂ ਜੋ ਹੈ ਹਿੰਦੁਸਤਾਨ ਦੇ ਵਿੱਚ ਜਦੋਂ ਇਹਨਾਂ ਦਾ ਆਗਮਨ ਹੋਇਆ, ਉਸ ਸਮੇਂ ਤੁਰਕੀ ਭਾਸ਼ਾ ਵੀ ਇਹਨਾਂ ਦੇ ਨਾਲ ਹੀ ਹਿੰਦੁਸਤਾਨ ਦੀ ਧਰਤੀ ਉੱਤੇ ਪ੍ਰਵੇਸ਼ ਕਰਦੀ ਹੈ। ਕਿਉਂਕਿ ਯੁੱਧ ਹਮਲਾਵਰ ਜਦੋਂ ਆਏ ਹਨ ਅਤੇ ਫੌਜਾਂ ਆਉਣਗੀਆਂ, ਫੌਜਾਂ ਜਿਹੜੀਆਂ ਨੇ ਉਹ ਜਦੋਂ ਆਪਸ ਦੇ ਵਿੱਚ ਗੱਲਬਾਤ ਕਰਨਗੀਆਂ ਜਾਂ ਜਿਸ ਧਰਤੀ ਉੱਤੇ ਹਮਲਾ ਹੁੰਦਾ ਹੈ ਉਸ ਧਰਤੀ ਦੇ ਲੋਕਾਂ ਦੇ ਸੰਪਰਕ ਵਿੱਚ ਆਉਣਗੀਆਂ ਅਤੇ ਉਹਨਾਂ ਦੀਆਂ ਭਾਸ਼ਾਵਾਂ ਜਿਹੜੀਆਂ ਨੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਸਦਕਾ ਇੱਕ ਦੂਜੇ ਨੂੰ ਪ੍ਰਭਾਵਿਤ ਕਰਨਗੀਆਂ। ਸੋ ਤੁਰਕੀ ਭਾਸ਼ਾ ਜੋ ਕਿ ਹਮਲਾਵਰਾਂ ਦੀ ਭਾਸ਼ਾ ਸੀ, ਮੁਹੰਮਦ ਗੌਰੀ, ਮੁਹੰਮਦ ਤੁਗਲਕ ਜਾਂ ਮੁਹੰਮਦ ਗਜ਼ਨੀ ਜਿਹੇ, ਅਤੇ ਉਹਨਾਂ ਦੀ ਭਾਸ਼ਾ ਨੇ ਵੀ ਮੱਧਕਾਲੀ ਪੰਜਾਬੀ ਸਾਹਿਤ ਰੂਪ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਬਹੁਤ ਸਾਰੀ ਸ਼ਬਦਾਵਲੀ ਜਿਹੜੀ ਸੀ ਤੁਰਕੀ ਦੀ
ਜਿਵੇਂ ਖਾਸ ਕਰਕੇ ਜਿਵੇਂ ਤੋਪ ਸ਼ਬਦ ਹੈ, ਦਰੋਗਾ ਹੈ, ਜਾਂ ਬੀਬੀ, ਬੇਬੇ, ਬਾਪੂ, ਬੇਗਮ, ਬਾਬਾ, ਜਾਂ ਸਾਡੀ ਰਸੋਈ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਜਿਵੇਂ ਚਾਕੂ ਹੈ, ਚਮਚ ਹੈ, ਜਾਂ ਗਲੀਚਾ ਸ਼ਬਦ ਹੈ, ਇਹ ਸਾਰੇ ਮੂਲ ਪੰਜਾਬੀ ਦੇ ਸ਼ਬਦ ਜਿਹੜੇ ਅਸੀਂ ਸਮਝਦੇ ਹਾਂ ਇਹ ਵੀ ਪੰਜਾਬੀ ਦੇ ਸ਼ਬਦ ਨਹੀਂ ਹਨ, ਉਹ ਤੁਰਕੀ ਭਾਸ਼ਾ ਦੇ ਪ੍ਰਭਾਵ ਅਧੀਨ ਪੰਜਾਬੀ ਦੇ ਵਿੱਚ ਪ੍ਰਵੇਸ਼ ਕੀਤੇ ਹਨ। ਇਸ ਤੋਂ ਅਗਲਾ ਪ੍ਰਭਾਵ ਹੈ ਅਰਬੀ ਭਾਸ਼ਾ ਦਾ। ਅਰਬੀ ਭਾਸ਼ਾ ਜੋ ਹੈ ਇਹ ਅਰਬੀ ਸਾਮੀ ਮੂਲ ਦੀ ਭਾਸ਼ਾ ਹੈ। ਕਿਹੜੀ ਮੂਲ ਦੀ ਭਾਸ਼ਾ ਹੈ? ਅਰਬੀ ਸਾਮੀ ਮੂਲ ਦੀ ਭਾਸ਼ਾ ਹੈ, ਔਰ 9ਵੀਂ ਸ਼ਤਾਬਦੀ ਸਦੀ ਦਾ ਇਸ ਦਾ ਸਮਾਂ ਮੰਨਿਆ ਜਾਂਦਾ ਹੈ। ਔਰ ਪੰਜਾਬ ਦੇ ਵਿੱਚ ਲੰਮਾ ਸਮਾਂ ਰਾਜ ਹੋਇਆ ਹੈ ਇਸਲਾਮ ਦੇ ਸ਼ਾਸਕਾਂ ਦਾ, ਔਰ ਇਸਲਾਮ ਦੇ ਜੋ ਧਰਮ ਗ੍ਰੰਥ ਹਨ ਉਹ ਅਰਬੀ ਭਾਸ਼ਾ ਦੇ ਵਿੱਚ ਲਿਖੇ ਹੋਏ ਹਨ। ਅਸਲ ਦੇ ਵਿੱਚ ਅਰਬੀ ਭਾਸ਼ਾ ਜੋ ਹੈ ਸਿੱਧੇ ਪੰਜਾਬ ਦੇ ਲੋਕਾਂ ਦੇ ਵਿੱਚ ਸੰਪਰਕ ਵਿੱਚ ਅਰਬੀ ਲੋਕ ਨਹੀਂ ਆਏ, ਬਲਕਿ ਇਸਲਾਮ ਦੇ ਵੰਸ਼ਜਾਂ ਦਾ ਬਹੁਤ ਲੰਮਾ ਸਮਾਂ ਹਿੰਦੁਸਤਾਨ ਦੇ ਉੱਤੇ ਰਾਜ ਰਹਿਣ ਸਦਕਾ ਇਸਲਾਮ ਦੇ ਜੋ ਧਰਮ ਗ੍ਰੰਥ ਸਨ ਉਹ ਅਰਬੀ ਭਾਸ਼ਾ ਦੇ ਵਿੱਚ ਲਿਖੇ ਹੋਏ ਸਨ। ਸੋ ਉਹਨਾਂ ਧਰਮ ਗ੍ਰੰਥਾਂ ਦੀ ਸ਼ਬਦਾਵਲੀ ਜਿਹੜੀ ਸੀ ਜਾਂ ਉਹਨਾਂ ਦੀ ਭਾਸ਼ਾ ਜੋ ਹੈ ਇਹ ਫਾਰਸੀ ਦੇ ਪ੍ਰਭਾਵ ਅਧੀਨ ਜੋ ਹੈ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਕਿਉਂਕਿ ਫਾਰਸੀ ਦੇ ਬਹੁਤ ਸਾਰੇ ਕਾਵਿ ਰੂਪ ਹਨ ਜਿਨ੍ਹਾਂ ਨੇ ਸਾਡੇ ਮੱਧਕਾਲੀ ਪੰਜਾਬੀ ਸਾਹਿਤ ਰੂਪ ਨੂੰ ਪ੍ਰਭਾਵਿਤ ਕੀਤਾ ਹੈ। ਖਾਸ ਕਰਕੇ ਜਿਵੇਂ ਗਜ਼ਲ ਕਾਵਿ ਰੂਪ ਹੈ ਜਾਂ ਰੁਬਾਈ ਕਾਵਿ ਰੂਪ ਹੈ ਔਰ ਸਿਹਰਫੀ ਕਾਵਿ ਰੂਪ ਹੈ, ਇਹ ਕਾਵਿ ਰੂਪ ਜਿਹੜੇ ਹਨ ਫਾਰਸੀ ਕਾਵਿ ਰੂਪ ਹਨ ਔਰ ਅਰਬੀ ਤੋਂ ਹੀ ਫਾਰਸੀ ਦੇ ਵਿੱਚ ਪ੍ਰਵੇਸ਼ ਕੀਤੇ ਹਨ। ਔਰ ਇਹ ਕਾਵਿ ਰੂਪ ਜੋ ਹੈ ਪੰਜਾਬੀ ਭਾਸ਼ਾ ਨੇ, ਪੰਜਾਬੀ ਸ਼ਬਦਾਵਲੀ ਨੇ ਜੋ ਹੈ ਅਪਣਾ ਲਏ ਹਨ, ਜਿਸ ਸਦਕਾ ਇਹਨਾਂ ਦਾ ਪ੍ਰਭਾਵ ਜੋ ਹੈ ਕਾਫੀ ਵਧੇਰੇ ਮਾਤਰਾ ਦੇ ਵਿੱਚ ਪੰਜਾਬੀ ਸਾਹਿਤ ਦੇ ਉੱਤੇ, ਪੰਜਾਬੀ ਭਾਸ਼ਾ ਦੇ ਉੱਤੇ ਪਿਆ। ਅਗਲਾ ਨੁਕਤਾ ਆ ਜਾਂਦਾ ਹੈ, ਪੁਆਇੰਟ ਆ ਜਾਂਦਾ ਹੈ ਸੰਸਕ੍ਰਿਤ ਭਾਸ਼ਾ ਦਾ ਪ੍ਰਭਾਵ। ਸੰਸਕ੍ਰਿਤ ਕਿਉਂਕਿ ਸਨਾਤਨੀ ਭਾਸ਼ਾ ਹੈ, ਮੁੱਢਲੇ ਕਾਲ ਤੋਂ ਹੀ ਲੈ ਕੇ ਇਹ ਵਿਦਿਆ ਦਾ ਮਾਧਿਅਮ ਰਹੀ ਹੈ, ਕਿਉਂਕਿ ਇਹ ਰਾਜਸੀ ਭਾਸ਼ਾ ਸੀ, ਧਾਰਮਿਕ ਭਾਸ਼ਾ ਸੀ, ਔਰ ਸਾਹਿਤਕ ਦਾ ਵੀ ਕੇਂਦਰ ਜੋ ਹੈ ਇਹ ਸੰਸਕ੍ਰਿਤ ਭਾਸ਼ਾ ਹੀ ਰਹੀ ਹੈ। ਸਨਾਤਨ ਧਰਮ ਦੇ ਜੋ ਹੈ ਵਿੱਚ ਸਿੱਖਿਆ ਦਾ ਮਾਧਿਅਮ ਜਿਹੜਾ ਸੀ ਉਹ ਵੀ ਸੰਸਕ੍ਰਿਤ ਭਾਸ਼ਾ ਸੀ। ਔਰ ਖਾਸ ਕਰਕੇ ਜੋ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਅਸ਼ਟ ਅਧਿਆਏ ਨਾਮ ਦਾ ਗ੍ਰੰਥ ਹੈ, ਜੋ ਪਾਣਨੀ ਨਾਮ ਦੇ ਵਿਆਕਰਣ ਸ਼ਾਸਤਰੀ ਦੁਆਰਾ ਲਿਖਿਆ ਹੋਇਆ ਹੈ, ਇਹ ਪਾਣਨੀ ਵੀ ਪੰਜਾਬ ਦਾ ਹੀ ਵਸਨੀਕ ਸੀ। ਸੋ ਇਸ ਤਰ੍ਹਾਂ ਸੰਸਕ੍ਰਿਤ ਭਾਸ਼ਾ ਨੇ ਬਹੁਪੱਖੀ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ ਹੈ। ਖਾਸ ਕਰਕੇ ਪੰਜਾਬੀ ਦਾ ਜੋ ਧੁਨੀ ਪ੍ਰਬੰਧ ਹੈ ਔਰ ਪੰਜਾਬੀ ਦੇ ਵਿੱਚ ਬਹੁਤ ਸਾਰੇ ਤਤਸਮ ਤੇ ਤਤਭਵ ਜੋ ਸ਼ਬਦਾਵਲੀ ਹੈ ਇਹ ਵੀ ਸੰਸਕ੍ਰਿਤ ਦੇ ਪ੍ਰਭਾਵ ਅਧੀਨ ਪੰਜਾਬੀ ਨੇ ਗ੍ਰਹਿਣ ਕੀਤੀ ਹੈ। ਖਾਸ ਕਰਕੇ ਜੋ ਸੰਸਕ੍ਰਿਤ ਦੀ ਸੱਸੇ ਦੀ ਧੁਨੀ ਹੈ ਇਹ ਪੰਜਾਬੀ ਦੇ ਵਿੱਚ ਜੋ ਅਪਣਾਈ ਗਈ ਹੈ ਸੰਸਕ੍ਰਿਤ ਤੋਂ ਹੀ ਅਪਣਾਈ ਗਈ ਹੈ। ਔਰ ਪੰਜਾਬੀ ਦੇ ਵਿੱਚ ਜੋ ਸੰਸਕ੍ਰਿਤ ਦੇ ਤਤਸਮ ਸ਼ਬਦ ਹਨ ਜਿਨ੍ਹਾਂ ਦੇ ਵਿੱਚੋਂ ਅਸੀਂ ਅਤਿਆਚਾਰ ਸ਼ਬਦ ਜਿਹੜਾ ਹੈ ਜਾਂ ਆਗਿਆਕਾਰ ਸ਼ਬਦ ਜੋ ਹੈ ਇਹ ਕਿਸ ਦਾ ਹੈ? ਸੰਸਕ੍ਰਿਤ ਭਾਸ਼ਾ ਦਾ ਹੈ। ਔਰ ਤਤਭਵ ਸ਼ਬਦ ਜੋ ਹੈ ਉਹ ਜਿਵੇਂ ਔਗਣ ਅਸੀਂ ਲਗਾ ਲਈਏ, ਇਹ ਤਤਭਵ ਸ਼ਬਦ ਇਹ ਵੀ ਸੰਸਕ੍ਰਿਤ ਭਾਸ਼ਾ ਦਾ ਹੈ। ਤਤਸਮ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਹੜੇ ਕਿਸੇ ਵੀ ਭਾਸ਼ਾ ਤੋਂ ਦੂਸਰੀ ਭਾਸ਼ਾ ਜਿਉਂ ਦੀ ਤੋਂ ਉਸ ਨੂੰ ਸਿੱਧੇ ਰੂਪ ਵਿੱਚ ਗ੍ਰਹਿਣ ਕਰ ਲੈਂਦੀ ਹੈ। ਔਰ ਤਤਭਵ ਸ਼ਬਦ ਜਿਹੜੇ ਹੁੰਦੇ ਹਨ ਉਹ ਗ੍ਰਹਿਣ ਕਰਨ ਵਾਲੀ ਭਾਸ਼ਾ ਆਪਣੇ ਅਨੁਸਾਰ ਉਸ ਦੇ ਵਿੱਚ ਪਰਿਵਰਤਨ ਕਰਕੇ ਗ੍ਰਹਿਣ ਕਰਦੀ ਹੈ, ਉਹ ਉਸ ਨੂੰ ਤਤਭਵ ਸ਼ਬਦਾਵਲੀ ਕਿਹਾ ਜਾਂਦਾ ਹੈ। ਔਰ ਪੰਜਾਬੀ ਭਾਸ਼ਾ ਦੇ ਵਿੱਚ ਸੰਸਕ੍ਰਿਤ ਭਾਸ਼ਾ ਦੀ ਤਤਸਮ ਅਤੇ ਤਤਭਵ ਦੋਹਾਂ ਪ੍ਰਕਾਰ ਦੀਆਂ ਸ਼ਬਦਾਵਲੀਆਂ ਜੋ ਹਨ ਉਹ ਪ੍ਰਵੇਸ਼ ਕਰ ਗਈਆਂ ਹਨ। ਅਗਲਾ ਪ੍ਰਭਾਵ ਹੈ ਸਾਧ ਭਾਸ਼ਾ ਦਾ ਪ੍ਰਭਾਵ। ਕਿਸ ਭਾਸ਼ਾ ਦਾ ਪ੍ਰਭਾਵ? ਸਾਧ ਭਾਸ਼ਾ, ਜੋ ਉਸ ਵੇਲੇ ਦੇ ਸਾਧੂ ਸੰਤਾਂ, ਪੀਰਾਂ, ਫਕੀਰਾਂ, ਸੰਤਾਂ, ਭਗਤਾਂ ਦੁਆਰਾ ਵਰਤੀ ਗਈ ਭਾਸ਼ਾ ਸੀ, ਉਸ ਨੂੰ ਸਾਧ ਭਾਸ਼ਾ ਜਾਂ ਸੰਤ ਭਾਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਸਦੁਕੜੀ ਭਾਸ਼ਾ ਵੀ ਕਿਹਾ ਜਾਂਦਾ ਹੈ। ਬ੍ਰਜ ਭਾਸ਼ਾ ਵੀ ਇਸੇ ਦੇ ਵਿੱਚ ਹੀ ਆ ਜਾਂਦੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਨੇ ਵੀ ਬ੍ਰਜ ਭਾਸ਼ਾ ਦੇ ਵਿੱਚ ਸ਼ਲੋਕ ਰਚੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਗ੍ਰੰਥ ਦੇ ਵਿੱਚ ਬਾਣੀ ਜੋ ਹੈ ਉਹ ਵੀ ਬ੍ਰਜ ਭਾਸ਼ਾ ਦੇ ਵਿੱਚ ਹੈ। ਅਤੇ ਇਸ ਨੂੰ ਹਿੰਦੁਸਤਾਨੀ ਜ਼ੁਬਾਨ ਵੀ ਕਿਹਾ ਜਾਂਦਾ ਹੈ, ਕਿਉਂਕਿ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸੰਤ ਭਗਤ ਹੋਏ ਹਨ, ਹਿੰਦੁਸਤਾਨ ਦੇ ਜਿੰਨੇ ਵੀ ਖਿੱਤਿਆਂ ਦੇ ਵਿੱਚ, ਉਹਨਾਂ ਸਾਰਿਆਂ ਦੀ ਜੋ ਚੋਣਵੀਂ ਬਾਣੀ ਸੀ, ਜੋ ਪੱਕੀ ਬਾਣੀ ਸੀ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਦਿੱਤਾ ਸੀ,
ਉਹਨਾਂ ਦੀ ਭਾਸ਼ਾ ਜਿਹੜੀ ਸੀ ਅਸਲ ਦੇ ਵਿੱਚ ਸੰਤ ਭਾਸ਼ਾ ਹੀ ਸੀ, ਜਿਸ ਸਦਕਾ ਪੰਜਾਬੀ ਦੇ ਵਿੱਚ ਸੰਤ ਭਾਸ਼ਾ ਦਾ ਪ੍ਰਭਾਵ ਜੋ ਹੈ ਬਹੁਤ ਵਧੇਰੇ ਮਾਤਰਾ ਦੇ ਵਿੱਚ ਪੈਂਦਾ ਹੈ। ਸੰਤ ਭਾਸ਼ਾ ਦੇ ਪ੍ਰਭਾਵ ਅਧੀਨ ਜਿਵੇਂ ਕਾਫੀ ਸਾਰੇ ਸ਼ਬਦ ਹਨ, ਜਿਵੇਂ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਪਾਰ ਬ੍ਰਹਮ ਸ਼ਬਦ ਜੋ ਹੈ, ਜਾਂ ਫਿਰ ਪਾਰ ਬ੍ਰਹਮ ਸ਼ਬਦ ਹੈ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਪਰਮਾ ਆਨੰਦ ਵਾਲੀ ਸਥਿਤੀ ਹੈ। ਪਰਮਾ ਆਨੰਦ ਸ਼ਬਦ ਜਿਹੜਾ ਹੈ ਇਹ ਵੀ ਸਾਧ ਭਾਸ਼ਾ ਦੇ ਪ੍ਰਭਾਵ ਅਧੀਨ ਹੀ ਪੰਜਾਬੀ ਦੇ ਵਿੱਚ ਆਇਆ ਹੈ। ਜਿਵੇਂ ਆਦ ਜੁਗਾਦ ਸ਼ਬਦ ਜੋ ਹੈ ਇਹ ਵੀ ਸਾਧ ਭਾਸ਼ਾ ਦੇ ਅਧੀਨ ਪੰਜਾਬੀ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਤੋਂ ਅੱਗੇ ਆ ਜਾਂਦਾ ਹੈ ਹਿੰਦੀ ਭਾਸ਼ਾ ਦਾ ਪ੍ਰਭਾਵ। ਹਿੰਦੀ ਭਾਸ਼ਾ ਦਾ ਪ੍ਰਭਾਵ ਜੋ ਹੈ ਪੰਜਾਬੀ ਭਾਸ਼ਾ ਦੇ ਉੱਤੇ ਆਜ਼ਾਦੀ ਤੋਂ ਪਹਿਲਾਂ ਵੀ ਪਿਆ ਅਤੇ ਆਜ਼ਾਦੀ ਤੋਂ ਬਾਅਦ ਵਿੱਚ ਵੀ। ਆਜ਼ਾਦੀ ਤੋਂ ਪਹਿਲਾਂ ਜੋ ਹਿੰਦੁਸਤਾਨ ਦੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ, ਜਿਸ ਨੂੰ ਅਸੀਂ ਹਿੰਦੁਸਤਾਨੀ ਭਾਸ਼ਾ ਕਹਿੰਦੇ ਸਾਂ, ਉਹ ਵੱਖ-ਵੱਖ ਰੂਪਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਉੱਤੇ ਉਸ ਦਾ ਖਾਸ ਕਰਕੇ ਗੁਰਬਾਣੀ ਸਾਹਿਤ ਦੇ ਰੂਪ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਉਸ ਦਾ ਪ੍ਰਭਾਵ ਪਿਆ। ਅਤੇ ਆਜ਼ਾਦੀ ਤੋਂ ਬਾਅਦ ਵੀ ਬਹੁਤ ਸਾਰੀ ਸ਼ਬਦਾਵਲੀ ਜਿਹੜੀ ਹੈ ਹਿੰਦੀ ਭਾਸ਼ਾ ਦੀ, ਉਸ ਨੂੰ ਪੰਜਾਬੀ ਭਾਸ਼ਾ ਨੇ ਗ੍ਰਹਿਣ ਕੀਤਾ। ਰਾਜਸੀ ਖਾਸ ਕਰਕੇ ਜੋ ਸਰਕਾਰੀ ਭਾਸ਼ਾ ਸੀ, ਦਫ਼ਤਰੀ ਭਾਸ਼ਾ ਸੀ, ਉਹਦੇ ਵਿੱਚ ਉਰਦੂ ਫਾਰਸੀ ਦਾ ਵਧੇਰੇ ਬੋਲਬਾਲਾ ਸੀ। ਅਤੇ ਆਧੁਨਿਕ ਸਮੇਂ ਦੇ ਵਿੱਚ ਵੀ ਜੋ ਸਾਡੇ ਕੋਰਟ ਕਚਹਿਰੀਆਂ ਦੀ ਜਾਂ ਤਹਿਸੀਲਾਂ ਦੇ ਵਿੱਚ ਜੋ ਵਰਤੀ ਜਾਣ ਵਾਲੀ ਭਾਸ਼ਾ ਹੈ, ਜਾਂ ਖਾਸ ਕਰਕੇ ਜੋ ਵਪਾਰੀਆਂ ਦੀ ਜੋ ਭਾਸ਼ਾ ਹੈ ਉਹ ਉਰਦੂ ਤੋਂ ਪ੍ਰਭਾਵਿਤ ਹੈ। ਅਤੇ ਖਾਸ ਕਰਕੇ ਜੋ ਪੰਜਾਬੀ ਦੇ ਅਗੇਤਰ ਅਤੇ ਪਿਛੇਤਰ ਹਨ ਉਹ ਵੀ ਉਰਦੂ ਦੇ ਪ੍ਰਭਾਵ ਅਧੀਨ, ਸਾਰੇ ਹੀ ਅਗੇਤਰ ਪਿਛੇਤਰ ਉਰਦੂ ਦੇ ਪ੍ਰਭਾਵ ਅਧੀਨ ਹੀ ਪੰਜਾਬੀ ਵਿੱਚ ਹਨ। ਅਤੇ ਇਸ ਨੇ ਪੰਜਾਬੀ ਦੀ ਧੁਨੀ ਵਿਉਂਤ ਅਤੇ ਵਾਕ ਬਣਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਗਲਾ ਪੁਆਇੰਟ ਆ ਜਾਂਦਾ ਹੈ ਅੰਗਰੇਜ਼ੀ ਦਾ ਪ੍ਰਭਾਵ। ਅੰਗਰੇਜ਼ੀ ਜਿਹੜੀ ਹੈ ਅੰਤਰਰਾਸ਼ਟਰੀ ਪੱਧਰ ਦੀ ਭਾਸ਼ਾ ਹੈ, ਜਿਸ ਨੇ ਅਜੋਕੇ ਸਮੇਂ ਦੇ ਵਿੱਚ ਹਰ ਭਾਸ਼ਾ ਨੂੰ ਪ੍ਰਭਾਵਿਤ ਕੀਤਾ ਹੈ ਔਰ ਕਾਫੀ ਵਧੇਰੇ ਮਾਤਰਾ ਦੇ ਵਿੱਚ ਕੀਤਾ ਹੈ, ਕਿਉਂਕਿ ਇਸ ਸਮੇਂ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਜਿਹੜੀ ਹੈ ਉਹ ਸਿੱਖਿਆ ਦੇ ਮਾਧਿਅਮ ਦੇ ਰੂਪ ਦੇ ਵਿੱਚ ਵਧੇਰੇ ਪ੍ਰਫੁੱਲਿਤ ਹੁੰਦੀ ਜਾ ਰਹੀ ਹੈ, ਵਧੇਰੇ ਪ੍ਰਭਾਵ ਪਾਉਂਦੀ ਜਾ ਰਹੀ ਹੈ। ਜਿਸ ਸਦਕਾ ਕਿਉਂਕਿ ਇਹ ਇੰਟਰਨੈਸ਼ਨਲ ਲੈਵਲ ਦੀ ਭਾਸ਼ਾ ਹੈ, ਜਿਸ ਨੇ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਹੀ ਪ੍ਰਭਾਵਿਤ ਕੀਤਾ ਹੈ, ਅਤੇ ਪੰਜਾਬੀ ਭਾਸ਼ਾ ਨੇ ਵੀ ਇਸ ਦੇ ਬਹੁਤ ਸਾਰੇ ਪ੍ਰਭਾਵ ਵੱਖੋ ਵੱਖਰੇ ਰੂਪਾਂ ਦੇ ਵਿੱਚ ਗ੍ਰਹਿਣ ਕੀਤੇ ਹਨ। ਕਿਉਂਕਿ ਬਹੁਤ ਸਾਰੀ ਤਤਸਮ ਸ਼ਬਦਾਵਲੀ ਜਿਹੜੀ ਹੈ ਉਹ ਵੀ ਅੰਗਰੇਜ਼ੀ ਦੀ ਪੰਜਾਬੀ ਦੇ ਵਿੱਚ ਵਰਤੀ ਜਾ ਰਹੀ ਹੈ। ਜਿਵੇਂ ਤਤਸਮ ਸ਼ਬਦ ਜਿਹੜੇ ਹਨ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਉਹ ਸ਼ਬਦ ਜਿਹੜੇ ਕਿਸੇ ਵੀ ਭਾਸ਼ਾ ਦੇ ਵਿੱਚੋਂ ਅਸੀਂ ਉਸੇ ਰੂਪ ਦੇ ਵਿੱਚ ਗ੍ਰਹਿਣ ਕਰ ਲੈਂਦੇ ਹਨ ਜਿਸ ਰੂਪ ਦੇ ਵਿੱਚ ਉਹ ਉਸ ਭਾਸ਼ਾ ਦੇ ਵਿੱਚ ਹੁੰਦੇ ਹਨ। ਜਿਵੇਂ ਸਕੂਲ ਸ਼ਬਦ ਹੈ, ਕਾਲਜ ਸ਼ਬਦ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਹੋਟਲ ਸ਼ਬਦ ਹੈ, ਕਮਿਸ਼ਨ ਹੈ, ਕੰਪਨੀ ਹੈ। ਇਹ ਸ਼ਬਦ ਸਾਰੇ ਜਿਹੜੇ ਹਨ ਇਹ ਅੰਗਰੇਜ਼ੀ ਦੇ ਪ੍ਰਭਾਵ ਅਧੀਨ ਅਸੀਂ ਤਤਸਮ ਰੂਪ ਦੇ ਵਿੱਚ ਅਪਣਾਏ ਹੋਏ ਹਨ। ਅਤੇ ਤਤਭਵ ਰੂਪ ਦੇ ਵਿੱਚ ਵੀ ਬਹੁਤ ਸਾਰੇ ਸ਼ਬਦ ਹਨ, ਜਿਨ੍ਹਾਂ ਦੇ ਵਿੱਚੋਂ ਹਸਪਤਾਲ ਸ਼ਬਦ ਜਿਹੜਾ ਹੈ, ਹਸਪਤਾਲ ਸ਼ਬਦ ਇਹ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਜਿਸ ਨੂੰ ਅਸੀਂ ਤਤਭਵ ਰੂਪ ਦੇ ਵਿੱਚ, ਯਾਨੀ ਕਿ ਹੈ ਤਾਂ ਇਹ ਹੌਸਪੀਟਲ ਸ਼ਬਦ ਆਪਣੇ ਆਪ ਦੇ ਵਿੱਚ, ਪਰ ਇਸ ਨੂੰ ਥੋੜ੍ਹਾ ਜਿਹਾ ਬਦਲ ਕੇ ਹਸਪਤਾਲ ਰੂਪ ਦੇ ਵਿੱਚ ਇਹ ਜ਼ਿਆਦਾ ਮਕਬੂਲ ਹੈ ਪੰਜਾਬੀ ਭਾਸ਼ਾ ਦੇ ਵਿੱਚ। ਅਗਲਾ ਪ੍ਰਭਾਵ ਆ ਜਾਂਦਾ ਹੈ ਪੁਰਤਗਾਲੀ ਭਾਸ਼ਾ ਦਾ। ਇਹ ਵੀ ਅਸਲ ਦੇ ਵਿੱਚ ਪੁਰਤਗਾਲੀ ਵਪਾਰੀਆਂ ਦੇ ਆਗਮਨ ਦੇ ਨਾਲ ਹੀ ਹਿੰਦੁਸਤਾਨ ਦੇ ਵਿੱਚ ਪ੍ਰਵੇਸ਼ ਕੀਤੀ ਭਾਸ਼ਾ ਸੀ, ਅਤੇ ਖਾਸ ਕਰਕੇ ਅੰਗਰੇਜ਼ੀ ਪ੍ਰਭਾਵ ਅਧੀਨ ਇਸ ਦਾ ਵੀ ਆਗਮਨ ਹੋਇਆ ਹੈ। ਅਤੇ ਇਸ ਦੇ ਬਹੁਤ ਸਾਰੇ ਸ਼ਬਦ ਜਿਵੇਂ ਅਲਮਾਰੀ, ਅਚਾਰ, ਸੰਤਰਾ, ਕਾਫੀ, ਬਾਲਟੀ, ਕਾਰਤੂਸ, ਫਿਰੰਗੀ, ਚੀਨੀ ਅਤੇ ਰਿਕਸ਼ਾ, ਯਾਨੀ ਕਿ ਸਾਡੀ ਆਮ ਖਾਣ ਪਾਣ ਦੇ ਜਿਹੜੇ ਬਹੁਤ ਸਾਰੇ ਸ਼ਬਦ ਹਨ, ਵਰਤੋਂ ਵਿਹਾਰ ਦੇ ਜੋ ਸ਼ਬਦ ਹਨ, ਇਹ ਵੀ ਪੁਰਤਗਾਲੀ ਪ੍ਰਭਾਵ ਦੇ ਸ਼ਬਦ ਹਨ, ਜਿਹੜੇ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਦੇ ਰਾਹੀਂ ਹਿੰਦੁਸਤਾਨ ਦੇ ਵਿੱਚ ਪ੍ਰਵੇਸ਼ ਕੀਤੇ। ਅਸਲ ਦੇ ਵਿੱਚ ਇਹ ਪ੍ਰਭਾਵ ਜਿਹੜਾ ਹੈ ਹਰ ਭਾਸ਼ਾ ਦਾ ਦੂਸਰੀਆਂ ਭਾਸ਼ਾਵਾਂ ਦੇ ਉੱਤੇ ਨਿਰੰਤਰ ਪੈ ਰਿਹਾ ਹੈ, ਜਿਸ ਦੇ ਹਵਾਲੇ ਵਜੋਂ ਐਗਜ਼ਾਮਪਲ ਵਜੋਂ ਅਸੀਂ ਦੱਸ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਜਿਹੜੇ ਇਹ ਮੁੱਖ ਸ਼ਬਦ ਅਸੀਂ ਕੁਝ ਦਿੱਤੇ ਹਨ ਇਸ ਦੇ ਵਿੱਚ, ਜਿਨ੍ਹਾਂ ਨੂੰ ਵਿਦਿਆਰਥੀ ਪੜ੍ਹ ਸਕਦੇ ਹਨ ਕਿ ਇਹ ਅੰਗਰੇਜ਼ੀ ਭਾਸ਼ਾ ਦੇ ਸਾਰੇ ਸ਼ਬਦ ਹਨ ਜਿਹੜੇ ਪੰਜਾਬੀ ਦੇ ਵਿੱਚ ਵਰਤੇ ਜਾ ਰਹੇ ਹਨ। ਇਹ ਫਰਾਂਸੀਸੀ ਭਾਸ਼ਾ ਦੇ ਸ਼ਬਦ ਹਨ, ਜਿਵੇਂ ਚਿਮਨੀ ਸ਼ਬਦ ਹੈ,
ਕੂਪਨ ਜਾਂ ਅਲਾਰਮ ਸ਼ਬਦ ਹੈ, ਪਤਲੂਨ ਸ਼ਬਦ ਹੈ, ਇਹ ਸ਼ਬਦ ਫਰਾਂਸੀਸੀ ਭਾਸ਼ਾ ਦੇ ਹਨ। ਫਾਰਸੀ ਦੇ ਵਿੱਚੋਂ ਜਿਵੇਂ ਜ਼ਿੰਦਗੀ ਹੈ, ਜਿਸਮ ਹੈ, ਸਾਲ ਹੈ, ਆਰਾਮ ਹੈ, ਇਸ ਫਾਰਸੀ ਭਾਸ਼ਾ ਦੇ ਬੜੇ ਆਮ ਵਰਤੋਂ ਵਾਲੇ ਸ਼ਬਦ ਹਨ। ਅਰਬੀ ਭਾਸ਼ਾ ਦੇ ਵਿੱਚੋਂ ਵਕਤ ਸ਼ਬਦ ਹੈ, ਫੌਰਨ, ਦੀਵਾਰ ਜਾਂ ਤਰੱਕੀ ਆਮ ਬੋਲਚਾਲ ਵਾਲੇ ਸ਼ਬਦ ਹਨ। ਤੁਰਕੀ ਭਾਸ਼ਾ ਦਾ ਸ਼ਬਦ ਹੈ ਚਮਚਾ, ਚਿਲਮ, ਕੈਂਚੀ। ਅਤੇ ਪੁਰਤਗਾਲੀ ਭਾਸ਼ਾ ਦਾ ਪੈਸਾ ਸ਼ਬਦ ਜਿਹੜਾ ਹੈ, ਜਿਸ ਦੇ ਨਾਲ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਬੜਾ ਮੋਹ ਹੁੰਦਾ ਹੈ, ਇਹ ਪੈਸਾ ਸ਼ਬਦ ਵੀ ਪੰਜਾਬੀ ਮੂਲ ਦਾ ਸ਼ਬਦ ਨਹੀਂ ਹੈ, ਇਹ ਪੁਰਤਗਾਲੀ ਭਾਸ਼ਾ ਦਾ ਸ਼ਬਦ ਹੈ। ਚਾਬੀ ਸ਼ਬਦ ਅਤੇ ਪਰਾਤ ਅਤੇ ਪੀਪਾ ਸ਼ਬਦ। ਪਰਾਤ ਤੋਂ ਬਿਨਾਂ ਜਿਹੜਾ ਹੈ ਸਾਡਾ ਭੋਜਨ ਜਿਹੜਾ ਹੈ ਉਹ ਸੰਪੂਰਨ ਨਹੀਂ ਹੁੰਦਾ। ਭੋਜਨ ਬਣਾਉਣ ਦੇ ਲਈ ਪਰਾਤ ਜਿਹੜਾ ਹੈ ਉਹ ਵਰਤੀ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਆਮ ਵਰਤੋਂ ਦੇ ਸ਼ਬਦ ਹਨ, ਜਿਨ੍ਹਾਂ ਨੂੰ ਅਸੀਂ ਆਪਣੇ ਪੰਜਾਬੀ ਦੇ ਸ਼ਬਦ ਸਮਝਦੇ ਹਾਂ, ਮੌਲਿਕ ਸ਼ਬਦ ਸਮਝਦੇ ਹਾਂ ਪੰਜਾਬੀ ਭਾਸ਼ਾ ਦੇ, ਉਹ ਵੀ ਸ਼ਬਦ ਜਿਹੜੇ ਹਨ ਉਹ ਦੂਸਰੀਆਂ ਭਾਸ਼ਾਵਾਂ ਦੇ ਵਿੱਚੋਂ ਗ੍ਰਹਿਣ ਕਰਕੇ ਪੰਜਾਬੀ ਨੇ ਇਸ ਢੰਗ ਦੇ ਨਾਲ ਅਪਣਾ ਲਏ ਹਨ। ਇਹ ਪੰਜਾਬੀ ਭਾਸ਼ਾ ਦੀ ਇੱਕ ਵਿਸ਼ਾਲ ਦਿਲੀ ਅਸੀਂ ਕਹਿ ਸਕਦੇ ਹਾਂ ਕਿ ਉਹ ਦੂਸਰੀਆਂ ਭਾਸ਼ਾਵਾਂ ਦੇ ਸੰਪਰਕ ਵਿੱਚ ਆ ਕੇ ਉਹਨਾਂ ਦੀਆਂ ਜੋ ਖੂਬੀਆਂ ਹਨ ਜਾਂ ਚੰਗਿਆਈਆਂ ਹਨ, ਉਹਨਾਂ ਨੂੰ ਸਹਿਜ ਹੀ ਗ੍ਰਹਿਣ ਕਰ ਲੈਂਦੀ ਹੈ। ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਅਜੋਕੇ ਯੁੱਗ ਦੇ ਵਿੱਚ, ਅਜੋਕੇ ਦੌਰ ਦੇ ਵਿੱਚ ਹਰ ਭਾਸ਼ਾ ਦਾ ਦੂਸਰੀ ਭਾਸ਼ਾ ਦੇ ਉੱਤੇ ਨਿਰੰਤਰ ਪ੍ਰਭਾਵ ਪੈ ਰਿਹਾ ਹੈ, ਅਤੇ ਇਹ ਪ੍ਰਭਾਵ ਪੈਣਾ ਕੁਦਰਤੀ ਵੀ ਹੈ ਅਤੇ ਜ਼ਰੂਰੀ ਵੀ ਹੈ, ਕਿਉਂਕਿ ਇਹਨਾਂ ਪ੍ਰਭਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਜਿਵੇਂ ਜਿਵੇਂ ਜੋ ਹੈ ਸਮਾਜ ਦਾ ਵਿਕਾਸ ਹੋ ਰਿਹਾ ਹੈ, ਜਿਵੇਂ ਜਿਵੇਂ ਟੈਕਨੋਲੋਜੀ ਦਾ ਵਿਕਾਸ ਹੋ ਰਿਹਾ ਹੈ, ਉਸ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਸ਼ਬਦ ਜਿਹੜੇ ਹਨ ਨਵੇਂ ਘੜੇ ਜਾਣਗੇ, ਔਰ ਨਵੇਂ ਘੜੇ ਸ਼ਬਦਾਂ ਨੂੰ ਹਰ ਭਾਸ਼ਾ ਜੋ ਹੈ ਉਸੇ ਰੂਪ ਦੇ ਵਿੱਚ ਵੀ, ਭਾਵ ਤਤਸਮ ਰੂਪ ਦੇ ਵਿੱਚ ਵੀ, ਅਤੇ ਥੋੜ੍ਹਾ ਬਹੁਤ ਮੋਲਡ ਕਰਕੇ ਤਤਵ ਰੂਪ ਦੇ ਵਿੱਚ ਵੀ ਗ੍ਰਹਿਣ ਕਰਦੀ ਜਾਵੇਗੀ। ਅਤੇ ਇਹ ਕਿਸੇ ਵੀ ਭਾਸ਼ਾ ਨੂੰ ਅਮੀਰ ਬਣਾਉਣ ਦੇ ਲਈ ਇਸ ਸ਼ਬਦਾਵਲੀ ਦਾ ਪ੍ਰਭਾਵ ਪੈਣਾ ਕੁਦਰਤੀ ਵੀ ਹੈ ਅਤੇ ਜ਼ਰੂਰੀ ਵੀ ਹੈ। ਸੋ ਉਮੀਦ ਹੈ ਕਿ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਲੜੀ ਕਾਫੀ ਸਹਾਇਕ ਸਿੱਧ ਹੋਵੇਗੀ ਇਮਤਿਹਾਨੀ ਨਜ਼ਰੀਏ ਤੋਂ। ਸੋ ਮਿਲਾਂਗੇ ਕਿਸੇ ਅਗਲੀ ਲੈਕਚਰ ਲੜੀ ਦੇ ਵਿੱਚ ਨਵਾਂ ਵਿਸ਼ਾ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।